ਸ਼੍ਰੀ ਦਸਮ ਗ੍ਰੰਥ ਸਾਹਿਬ ਪਾਠ ਸੰਪਾਦਨ ਅਤੇ ਵਿਆਖਿਆ ਭਾਗ ਪਹਿਲਾ। ਟੀਕਾਕਾਰ ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ। ਬਾਬਾ ਵਿਰਸਾ ਸਿੰਘ ਜੀ ਮਹਾਰਾਜ ਵੱਲੋਂ ਅਸੀਸ। ਸ਼੍ਰੀ ਦਸਮ ਗ੍ਰੰਥ ਦੀ ਬਾਣੀ ਸਾਡੇ ਪੂਜਨਯੋਗ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜ਼ੁਬਾਨ ਵਿੱਚੋਂ ਆਈ ਏ, ਉਹਨਾਂ ਦੇ ਗਿਆਨ ਵਿੱਚੋਂ ਆਈ ਏ, ਉਹਨਾਂ ਦੀਆਂ ਨਜ਼ਰਾਂ ਵਿੱਚੋਂ ਆਈ ਏ। ਜਿਹੜਾ ਦਸਵਾਂ ਗ੍ਰੰਥ ਏ ਸਭ ਤੋਂ ਜ਼ਿਆਦਾ ਪਿਆਰਾ ਕੀ ਲੱਗਦਾ ਮੈਨੂੰ, ਜਿਹੜਾ ਉਸ ਦੇ ਵਿੱਚ ਜਾਪ ਸਾਹਿਬ ਆਇਆ ਹੋਇਆ ਹੈ। ਅਤੇ ਮੈਂ ਤਾਂ ਇਹ ਗੱਲ ਕਹਾਂਗਾ ਕਿ ਜਿਹੜਾ ਦਸਵਾਂ ਗ੍ਰੰਥ ਏ ਉਹਦੇ ਵਿੱਚ ਸ਼ੱਕ ਨਾ ਕਰੋ, ਕਿਉਂ ਇੱਕ ਐਸੀ ਪਵਿੱਤਰ ਬਾਣੀ ਉਹਦੇ ਵਿੱਚ ਆਈ ਹੋਈ ਏ ਜਿਹਨੂੰ ਅਸੀਂ ਜਾਪ ਸਾਹਿਬ ਕਹਿੰਦੇ ਹਾਂ। ਜਿਹਨੂੰ ਇਹ ਨਹੀਂ ਮੈਂ ਕਹਿ ਸਕਦਾ ਕਿ ਉਹ ਇੱਕ ਸਿੱਖਾਂ ਦੀ ਚੀਜ਼ ਏ। ਠੀਕ ਹੈ, ਸਾਡੇ ਨਿਤਨੇਮ ਵਿੱਚ ਆ ਗਿਆ ਏ ਜਾਪ ਸਾਹਿਬ, ਪਰ ਜਾਪ ਸਾਹਿਬ ਜੇ ਅਸੀਂ ਚੰਗੀ ਤਰ੍ਹਾਂ ਵੇਖੀਏ ਸਾਰੇ ਮਜ਼ਹਬਾਂ ਦਾ ਹੀ ਨਿਚੋੜ ਏ। ਮੈਂ ਤਾਂ ਇਸ ਕਰਕੇ ਕਹਾਂਗਾ ਕਿ ਸਭ ਉਹ ਚੀਜ਼ ਜਿਹੜੀ ਵੀ ਕੋਈ ਦਿਲ ਦੇ ਵਿੱਚ ਭੁਲੇਖਾ ਕਰਦੀ ਏ ਉਹ ਕੱਢ ਦਿਓ। ਕੁਝ ਬਾਣੀਆਂ ਉਹਦੇ ਵਿੱਚੋਂ ਲੈ ਕੇ ਪੜ੍ਹ ਲੈਣਾ, ਉਹ ਕਿਉਂ ਚੰਗੀਆਂ ਨੇ ਅਤੇ ਦੂਜੀਆਂ ਕਿਉਂ ਮਾੜੀਆਂ ਨੇ, ਅਤੇ ਅਸੀਂ ਸਾਰੀਆਂ ਨੂੰ ਕਿਉਂ ਨਹੀਂ ਮੰਨ ਲੈਂਦੇ। ਇੱਕ ਨੂੰ ਕਹਿਣਾ ਤੇਰੀਆਂ ਬਾਹੀਂ ਚੰਗੀਆਂ ਨੇ, ਤੇਰਾ ਸਿਰ ਖਰਾਬ ਏ, ਇਹ ਕੀ ਹੋਇਆ? ਜੇ ਤੁਸੀਂ ਸਾਰੀ ਬਾਡੀ ਸਰੀਰ ਨੂੰ ਕਿਉਂ ਨਹੀਂ ਮੰਨਦੇ? ਇੱਕ ਸਾਨੂੰ ਸਾਰਿਆਂ ਨੂੰ ਇਹ ਭੁਲੇਖਾ ਏ ਕਿ ਜਿਹੜੀ ਗੱਲ ਦਾ ਸਾਨੂੰ ਪਤਾ ਨਹੀਂ ਇਹ ਤਾਂ ਨੰਗੀ ਗੱਲ ਏ। ਹੁਣ ਉਹ ਤਾਂ ਕਹਿੰਦਾ ਏ ਨਾਚ ਕੀ ਨਚਈਆ। ਹੁਣ ਇਸ ਗੱਲ ਨੂੰ ਸਮਝਣਾ ਕਿ ਕਲਗੀਧਰ ਰੱਬ ਨੂੰ ਕਹਿੰਦਾ ਏ ਕਿ ਤੂੰ ਤਾਂ ਨਚਾਰ ਹੈ। ਉਹ ਕਿਹੜੀ ਦਿਸ਼ਾ ਵਿੱਚ ਕਹਿ ਰਿਹਾ ਏ? ਉਹ ਆਪ ਨਚਾਰ ਸਾਰੀ ਦੁਨੀਆ ਨੂੰ ਨਚਾ ਰਿਹਾ ਏ। ਇਸ ਕਰਕੇ ਕਿਤੇ ਕਹਿੰਦਾ ਏ ਜੋਬਨ ਕਾ ਜਾਲ ਹੈ। ਪਰ ਕਿਉਂ? ਸਾਡੀਆਂ ਕਮਜ਼ੋਰੀਆਂ ਅਸੀਂ ਸਮਝਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਕਹਿ ਸਕਦਾ ਰੱਬ ਨੂੰ ਕਿ ਤੂੰ ਜੋਬਨ ਕਾ ਜਾਲ ਹੈ ਤੇ ਨਾਰ ਕਾ ਸ਼ਿੰਗਾਰ ਹੈ। ਇਹ ਗੱਲਾਂ ਦਿਮਾਗ ਵਿੱਚੋਂ ਕੱਢੋ। ਗੁਰੂ ਗੋਬਿੰਦ ਸਿੰਘ ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਹਰ ਚੀਜ਼ ਨੂੰ ਵੇਖ ਰਿਹਾ ਸੀ ਅਤੇ ਹਰ ਚੀਜ਼ ਨੂੰ ਵੇਖ ਕੇ ਤੇ ਬੋਲ ਰਿਹਾ ਸੀ। ਇਹਨਾਂ ਗੱਲਾਂ ਦੇ ਜਦੋਂ ਉੱਪਰ ਉੱਠੋਗੇ ਤੁਹਾਨੂੰ ਗਿਆਨ ਉਦੋਂ ਹੀ ਆਵੇਗਾ। ਗੁਰੂ ਗੋਬਿੰਦ ਸਿੰਘ ਦਾ ਤੁਸੀਂ ਇਹਨਾਂ ਗੱਲਾਂ ਵਿੱਚ ਹੀ ਉਲਝੇ ਰਹੋ ਕਿ ਗੁਰੂ ਗੋਬਿੰਦ ਸਿੰਘ ਆਹ ਥੋੜ੍ਹਾ ਕਹਿ ਸਕਦਾ ਏ। ਗੁਰੂ ਗੋਬਿੰਦ ਸਿੰਘ ਤਾਂ ਸਭ ਕੁਝ ਹੀ ਕਹਿ ਸਕਦਾ। ਗੁਰੂ ਗੋਬਿੰਦ ਸਿੰਘ ਅੱਗੇ ਕੋਈ ਚੀਜ਼ ਢਕੀ ਨਹੀਂ, ਕੋਈ ਚੀਜ਼ ਨੰਗੀ ਨਹੀਂ। ਉਹ ਸਾਰੀਆਂ ਚੀਜ਼ਾਂ ਨੂੰ ਪੈਦਾ ਕਰਦਾ ਏ ਅਤੇ ਸਾਰੀਆਂ ਚੀਜ਼ਾਂ ਨੂੰ ਆਪ ਦੇ ਵਿੱਚ ਸਮਾ ਲੈਂਦਾ ਏ। ਇਹਨਾਂ ਗੱਲਾਂ ਨੂੰ ਛੱਡ ਕੇ ਉੱਪਰ ਉੱਠੋ। ਸ਼ੱਕ ਦਾ ਕੀ ਏ? ਜੇ ਸ਼ੱਕ ਹੀ ਕਰਨਾ ਏ ਫੇਰ ਤਾਂ ਬਾਣੀ 'ਤੇ ਵੀ ਸ਼ੱਕ ਕਰੋ। ਅਤੇ ਬਾਣੀ ਵਿੱਚ ਵੀ ਆਉਂਦਾ ਏ ਇੰਦਰੀ ਕਾ ਬਲ ਥਾਕਾ। ਇਹ ਤਾਂ ਨੰਗੀ ਗੱਲ ਏ। ਰਸ ਰਸ ਭੋਗ ਕਰੇ ਪ੍ਰਭ ਮੇਰਾ। ਉਹ ਤਾਂ ਦੁਨੀਆ ਦੀ ਗੱਲ ਛੱਡੋ, ਕੱਢੋ ਬਾਹਰ ਇਹਨੂੰ। ਹਰ ਪ੍ਰਭ ਮੇਰਾ ਚੋਜੀ ਜੀਓ। ਚੋਜੀ ਕੀ ਏ? ਇਹਨਾਂ ਗੱਲਾਂ ਤੋਂ ਅਸੀਂ ਉੱਪਰ ਉੱਠੀਏ। ਕਿਉਂ? ਬਾਣੀ ਵਿੱਚ ਵੀ ਬੜਾ ਕੁਝ ਲਿਖਿਆ ਹੋਇਆ ਏ। ਉਹ ਬਾਣੀ ਵਿੱਚ ਜੋ ਲਿਖਿਆ ਏ ਉਹ ਗਿਆਨ ਲਿਖਿਆ ਏ। ਦਸਮ ਗ੍ਰੰਥ ਵਿੱਚ ਵੀ ਜੋ ਲਿਖਿਆ ਏ ਉਹ ਬ੍ਰਹਮ ਗਿਆਨ ਨਾਲ ਲਿਖਿਆ ਏ। ਗਿਆਨ ਰਾਓ ਜਬ ਸੇਜੈ ਆਵੈ ਤਾਂ ਨਾਨਕ ਭੋਗ ਕਰਈ। ਜਦੋਂ ਸੇਜ 'ਤੇ ਆਏਗਾ ਕੰਤ ਭੋਗ ਉਦੋਂ ਹੀ ਕਰਾਂਗੇ। ਇਹ ਤਾਂ ਬਾਣੀ ਵਿੱਚ ਹੈ। ਇਹ ਗੱਲਾਂ ਛੱਡ ਦਿਓ। ਇਹ ਗੱਲਾਂ ਅਸੀਂ ਨਹੀਂ ਸਮਝ ਸਕਦੇ। ਗੁਰੂ ਗੋਬਿੰਦ ਸਿੰਘ ਜੀ ਕੀ ਸੀ? ਜੋ ਉਹਨੇ ਲਿਖਿਆ ਉਸ ਨੂੰ ਮੰਨ ਲਓ। ਸ਼ੱਕੀ ਏ? ਹੋਰ ਕੀ ਏ? ਆਹ ਕਿਵੇਂ ਮਹਾਰਾਜ ਲਿਖ ਸਕਦਾ ਏ? ਮਹਾਰਾਜ ਤਾਂ ਕਰਤੇ ਨੇ, ਸਭ ਕੁਝ ਲਿਖ ਸਕਦੇ ਨੇ। ਹੈ ਕੀ? ਮੇਰੇ ਵਾਸਤੇ ਤਾਂ ਜਿੱਥੇ ਪਾਤਸ਼ਾਹ ਦਾ ਨਾਂ ਆ ਜਾਂਦਾ ਏ ਅਤੇ ਜਿੱਥੇ ਜਾਪ ਸਾਹਿਬ ਆ ਗਿਆ ਏ ਅਸੀਂ ਤਾਂ ਉਸ ਜਗ੍ਹਾ ਨੂੰ ਸਾਰੀ ਚੀਜ਼ ਨੂੰ ਪੂਜਾਂਗੇ। ਕਿਉਂ? ਉਹ ਪੂਜਨੀਕ ਏ। ਤੁਸੀਂ ਜਾਪ ਸਾਹਿਬ ਕਹਿੰਦੇ ਜੇ ਅੰਮ੍ਰਿਤ ਏ ਅਤੇ ਦੂਜੀ ਚੀਜ਼ ਜ਼ਹਿਰ ਏ। ਇਹ ਕਿਵੇਂ ਹੋ ਸਕਦਾ ਏ? ਜੇ ਜਾਪ ਸਾਹਿਬ ਅੰਮ੍ਰਿਤ ਏ ਦੂਜਾ ਸਾਰਾ ਹੀ ਅੰਮ੍ਰਿਤ ਏ। ਤੁਸੀਂ ਕਹਿੰਦੇ ਹੋ ਨਾ ਕਿ ਚੌਪਈ ਚੰਗੀ ਏ, ਜਾਪ ਸਾਹਿਬ ਚੰਗਾ ਏ, ਤਾਂ ਬਾਕੀ ਬਾਣੀ ਕਿਉਂ ਮਾੜੀ ਏ? ਕਿਉਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ? ਇਹ ਗੱਲ ਭੁੱਲ ਜਾਓ। ਸਾਹਿਬ ਅਕਲੀ ਬਾਹਿਰਾ। ਬਾਣੀ ਵਿੱਚ ਕਿਹਾ ਏ ਕਿ ਸਾਹਿਬ ਅਕਲ ਤੋਂ ਉੱਚਾ ਏ।
ਤੁਸੀਂ ਅਕਲ ਨਾਲ ਸਮਝਣਾ ਚਾਹੁੰਦੇ ਹੋ ਸੋ ਇਹ ਛੱਡ ਦਿਓ। ਜਿੱਥੇ ਤੁਹਾਡੀ ਅਕਲ ਖਤਮ ਹੋ ਜਾਂਦੀ ਏ ਉੱਥੋਂ ਉਹਦਾ ਗਿਆਨ ਸ਼ੁਰੂ ਹੁੰਦਾ ਏ। ਹੁਣ ਤੁਸੀਂ ਇਹ ਸੋਚ ਸਕਦੇ ਹੋ, ਜਲੇ ਹਰੀ ਥਲੇ ਹਰੀ ਆਪਣੇ ਆਪ ਨੂੰ ਕਿਵੇਂ ਕਹਿ ਸਕਦਾ ਏ ਕਿ ਦਰਖਤ ਵਿੱਚ ਹਰੀ ਬੈਠਾ ਹੋਇਆ ਏ, ਪਰ ਉਹ ਤਾਂ ਕਹਿ ਰਿਹਾ ਏ। ਅਸੀਂ ਕਹਿ ਸਕਦੇ ਹਾਂ ਕਿ ਸਮੁੰਦਰ ਦੇ ਵਿੱਚ ਹਰੀ ਏ, ਉਹ ਤਾਂ ਕਹਿ ਰਿਹਾ ਏ ਹਰੀ ਹੈ। ਉਹ ਤਾਂ ਕਹਿ ਰਿਹਾ ਏ ਗਗਨ ਦਮਾਮਾ ਬਾਜਿਓ। ਹੁਣ ਕਿੱਥੇ ਗਗਨ ਹੈ ਤੇ ਕਿੱਥੇ ਦਮਾਮਾ ਹੈ, ਕਿਹਨੂੰ ਪਤਾ ਏ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਉਹ ਕਿੱਥੋਂ ਸੂਰਮਾ ਲੜ ਰਿਹਾ ਏ, ਕਿਹੜੀ ਗੱਲ ਕਰ ਰਿਹਾ ਏ। ਉਹ ਤਾਂ ਕਹਿੰਦਾ ਏ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ। ਉਹ ਕੀ ਚੀਜ਼ ਏ? ਅੱਖੀਂ ਤੋਂ ਬਿਨਾਂ ਵੇਖਦਾ, ਜ਼ੁਬਾਨ ਤੋਂ ਬਿਨਾਂ ਬੋਲੀਦਾ, ਕੰਨਾਂ ਤੋਂ ਬਿਨਾਂ ਸੁਣੀਦਾ, ਪੈਰਾਂ ਤੋਂ ਬਿਨਾਂ ਤੁਰੀਦਾ। ਇਹ ਕੀ ਹੋਇਆ? ਇਹ ਤਾਂ ਬਾਣੀ ਵਿੱਚ ਹੈ। ਇਹਦੇ ਅਰਥ ਕਿਵੇਂ ਕੱਢੇਗਾ? ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਸਮਝੋਗੇ? ਇਹ ਤਾਂ ਐਸੀਆਂ ਗੱਲਾਂ ਨੇ, ਬੰਦਾ ਸ਼ੱਕ ਹੀ ਕਰੀ ਜਾਏ ਜਿੰਨਾ ਮਰਜ਼ੀ ਏ। ਪਰ ਮੇਰੇ ਮਨ ਦੇ ਵਿੱਚ ਤਾਂ ਹਰ ਚੀਜ਼ ਏ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬ੍ਰਹਮ ਦਾ ਸਵਾਲ ਏ, ਉੱਥੇ ਉਹ ਹਰ ਚੀਜ਼ ਦਾ, ਕਾਇਨਾਤ ਦਾ ਉਹ ਮਾਲਕ ਏ। ਕੋਈ ਚੀਜ਼ ਨੰਗੀ ਨਹੀਂ, ਕੋਈ ਢਕੀ ਨਹੀਂ। ਉਹ ਤਾਂ ਭੁੱਲ ਜਾਓ। ਇਹੋ ਜਿਹੀਆਂ ਗੱਲਾਂ ਵਿੱਚ ਪੈ ਜਾਓਗੇ ਤਾਂ ਤੁਹਾਨੂੰ ਗਿਆਨ ਨਹੀਂ ਹੋਣਾ। ਬੈਠੇ ਰਹੋ। ਸ਼੍ਰੀ ਦਸਮ ਗ੍ਰੰਥ ਨੂੰ ਵਿਆਖਿਆ ਸਾਹਿਤ ਸਭ ਤੱਕ ਪਹੁੰਚਾਉਣਾ ਇਹ ਉੱਤਮ ਕੰਮ ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ ਵੱਲੋਂ ਬੜੀ ਸੁਘੜਤਾ ਨਾਲ ਨਿਭਾਇਆ ਗਿਆ ਏ। ਮੇਰੀ ਉਹਨਾਂ ਨੂੰ ਅਸੀਸ ਹੈ। ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਅੰਗ ਸੰਗ ਸਹਾਈ ਹੋਏ। ਮੁੱਖ ਬੰਦ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿਰਜੇ ਖਾਲਸੇ ਜੀ ਦਾ 300ਵਾਂ ਜਨਮ ਦਿਨ 13 ਅਪ੍ਰੈਲ 1999 ਨੂੰ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਅਤੇ ਸ਼ਾਨ ਨਾਲ ਮਨਾਇਆ ਜਾ ਰਿਹਾ ਹੈ। ਇਸ ਪਾਵਨ ਦਿਹਾੜੇ ਦੀ ਯਾਦ ਵਿੱਚ ਸ਼੍ਰੀਮਾਨ ਸੰਤ ਬਾਬਾ ਵਿਰਸਾ ਸਿੰਘ ਜੀ ਨੇ ਚਾਹਿਆ ਹੈ ਕਿ ਸ਼੍ਰੀ ਗੁਰੂ ਸਾਹਿਬ ਤੇ ਵਿਅਕਤੀਤਵ, ਚਿੰਤਨ, ਸਾਧਨਾ ਅਤੇ ਕਾਵਿ ਬਾਰੇ ਕਈਆਂ ਭਾਸ਼ਾਵਾਂ ਵਿੱਚ ਸਾਹਿਤ ਲਿਖਵਾਇਆ ਅਤੇ ਛਪਵਾਇਆ ਜਾਏ। ਇਸੇ ਉਦੇਸ਼ ਦੀ ਪੂਰਤੀ ਲਈ ਸ਼੍ਰੀ ਦਸਮ ਗ੍ਰੰਥ ਦਾ ਪਾਠ, ਸੰਪਾਦਨ ਅਤੇ ਵਿਆਖਿਆ ਪ੍ਰਕਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾਵਾਂ ਦਾ ਸੰਗ੍ਰਹਿ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਸਾਹਿਬ ਦਾ ਆਪਣਾ ਕਾਵਿ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੁਆਰਾ ਸਿਰਜਿਆ ਸਾਹਿਤ ਵਿਦਿਆ ਸਾਗਰ ਨਾਂ ਦੇ ਵਿਸ਼ਾਲ ਗ੍ਰੰਥ ਵਿੱਚ ਸੰਕਲਿਤ ਕੀਤਾ ਗਿਆ, ਜਿਸ ਦਾ ਭਾਰ ਇਤਿਹਾਸਕਾਰਾਂ ਨੇ 9 ਮਣ ਮੰਨਿਆ ਹੈ। ਪਰ ਜਦੋਂ ਸੰਨ 1705 ਈਸਵੀ ਵਿੱਚ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਅਨੇਕ ਪ੍ਰਕਾਰ ਦੀ ਹੋਰ ਮਹੱਤਵਪੂਰਨ ਸਮੱਗਰੀ ਦੇ ਨਾਲ ਉਪਰੋਕਤ ਗ੍ਰੰਥ ਵੀ ਸਰਸਾ ਨਦੀ ਵਿੱਚ ਰੁੜ ਗਿਆ ਦੱਸਿਆ ਜਾਂਦਾ ਹੈ। ਪਰ ਗੁਰੂ ਸਾਹਿਬ ਦੀ ਆਪਣੀਆਂ ਰਚਨਾਵਾਂ ਅਤੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦੇ ਨਾਲ ਉਤਾਰੇ ਵੀ ਹੁੰਦੇ ਰਹਿੰਦੇ ਸਨ। ਸ਼ਰਧਾ ਕਾਰਨ ਗੁਰੂ ਸਾਹਿਬ ਦੀਆਂ ਆਪਣੀਆਂ ਬਾਣੀਆਂ ਦੇ ਉਤਾਰੇ ਹੋਰਨਾਂ ਨਾਲੋਂ ਬਹੁਤ ਅਧਿਕ ਮਾਤਰਾ ਵਿੱਚ ਹੋਏ ਸਨ ਅਤੇ ਉਹ ਅਨੇਕ ਸ਼ਰਧਾਲੂਆਂ ਪਾਸ ਸੁਰੱਖਿਅਤ ਚਲੇ ਆ ਰਹੇ ਸਨ। ਸ਼੍ਰੀ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਦਮੀ ਧਰਮ ਸਾਧਕਾਂ ਨੇ ਗੁਰੂ ਸਾਹਿਬ ਦੇ ਕਾਵਿ ਨੂੰ ਸੰਭਾਲਣ ਦਾ ਉਪਰਾਲਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੁਖੀ ਗ੍ਰੰਥੀ ਅਤੇ ਸਿੱਖ ਵਿਦਵਾਨ ਭਾਈ ਮਨੀ ਸਿੰਘ ਨੇ ਬੜੀ ਮਿਹਨਤ ਨਾਲ ਸ਼੍ਰੀ ਗੁਰੂ ਸਾਹਿਬ ਦੀਆਂ ਰਚਨਾਵਾਂ ਦੀਆਂ ਪੋਥੀਆਂ ਇਕੱਠੀਆਂ ਕਰਵਾ ਕੇ ਇੱਕ ਬੀੜ ਤਿਆਰ ਕੀਤੀ ਅਤੇ ਬਾਅਦ ਵਿੱਚ ਬਾਬਾ ਦੀਪ ਸਿੰਘ, ਭਾਈ ਸੁੱਖਾ ਸਿੰਘ ਅਤੇ ਅਨੇਕ ਧਰਮ ਸਾਧਕਾਂ ਨੇ ਆਪਣੇ ਸਾਧਨਾਂ ਰਾਹੀਂ ਪੋਥੀਆਂ ਇਕੱਠੀਆਂ ਕਰਵਾ ਕੇ ਸ਼੍ਰੀ ਗੁਰੂ ਸਾਹਿਬ ਦੀ ਬਾਣੀ ਦੀਆਂ ਬੀੜਾਂ ਤਿਆਰ ਕੀਤੀਆਂ। ਇਹਨਾਂ ਬੀੜਾਂ ਵਿੱਚ ਹੁਣ ਭਾਈ ਮਨੀ ਸਿੰਘ ਵਾਲੀ ਬੀੜ, ਸੰਗਰੂਰ ਤੋਸ਼ਾਖਾਨਾ ਵਿੱਚ ਪਈ ਬੀੜ, ਮੋਤੀ ਬਾਗ ਗੁਰਦੁਆਰਾ, ਪਟਿਆਲਾ ਵਿੱਚ ਸੁਰੱਖਿਅਤ ਦੱਸੀ ਜਾਂਦੀ ਬੀੜ, ਸ਼੍ਰੀ ਪਟਨਾ ਸਾਹਿਬ ਦੇ ਜਨਮ ਅਸਥਾਨ ਹਰਿਮੰਦਰ ਵਿੱਚ ਸੰਭਾਲੀ ਹੋਈ ਬੀੜ ਆਦਿ ਪ੍ਰਸਿੱਧ ਹਨ। ਇਹਨਾਂ ਬੀੜਾਂ ਵਿੱਚ ਬਾਣੀਆਂ ਦੀ ਤਰਤੀਬ ਇੱਕ ਸਮਾਨ ਹੈ
ਅਤੇ ਨਾ ਹੀ ਬਾਣੀਆਂ ਦੀ ਗਿਣਤੀ ਬਰਾਬਰ ਹੈ। ਕਾਰਨ ਇਹ ਹੈ ਕਿ ਜਿਉਂ-ਜਿਉਂ ਮੁਖੀ ਸਿੰਘਾਂ ਨੂੰ ਉਤਾਰਾ ਪੋਥੀਆਂ ਮਿਲਦੀਆਂ ਗਈਆਂ, ਉਹਨਾਂ ਨੂੰ ਬੀੜਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਅਤੇ ਜਿਨ੍ਹਾਂ ਸਿੰਘਾਂ ਦੇ ਵਸੀਲੇ ਅਧਿਕ ਸਨ, ਉਹ ਨਿਸ਼ਚੇ ਹੀ ਜ਼ਿਆਦਾ ਬਾਣੀਆਂ ਇਕੱਠੀਆਂ ਕਰ ਸਕਣ ਵਿੱਚ ਸਫਲ ਹੋਏ। ਪਰ ਇਹਨਾਂ ਬੀੜਾਂ ਵਿਚਲੀਆਂ ਬਹੁਤੀਆਂ ਬਾਣੀਆਂ ਆਪਸ ਵਿੱਚ ਮੇਲ ਖਾਂਦੀਆਂ ਹਨ ਅਤੇ ਇੱਕੋ ਸਰੋਤ ਦੀ ਉਪਜ ਪ੍ਰਤੀਤ ਹੁੰਦੀਆਂ ਹਨ। ਉਚਿਤ ਸੰਪਾਦਨ ਦੀ ਘਾਟ ਕਾਰਨ ਇਹਨਾਂ ਬੀੜਾਂ ਦੇ ਸਰੂਪ ਅਤੇ ਆਕਾਰ ਬਾਰੇ ਕੁਝ ਵਿਵਾਦ ਚੱਲਦੇ ਰਹੇ ਅਤੇ ਇਹ ਗ੍ਰੰਥ ਬਚਿੱਤਰ ਨਾਟਕ ਦੇ ਨਾਂ ਨਾਲ ਲੋਕਾਂ ਵਿੱਚ ਪ੍ਰਸਿੱਧ ਰਿਹਾ। ਫਿਰ ਇਸ ਨੂੰ 10ਵੇਂ ਪਾਤਸ਼ਾਹ ਕਾ ਗ੍ਰੰਥ ਕਿਹਾ ਜਾਣ ਲੱਗਿਆ ਅਤੇ ਹੁਣ ਇਹੀ ਗ੍ਰੰਥ 10ਮ ਗ੍ਰੰਥ ਦੇ ਨਾਂ ਨਾਲ ਪ੍ਰਸਿੱਧ ਹੈ। ਸਿੱਖ ਜਗਤ ਅਧਿਕਤਰ ਜੰਗਾਂ ਯੁੱਧਾਂ ਵਿੱਚ ਉਲਝਿਆ ਰਿਹਾ, ਜਿਸ ਕਰਕੇ ਇਸ ਗ੍ਰੰਥ ਦਾ ਕੋਈ ਵਿਵਸਥਿਤ ਰੂਪ ਤਿਆਰ ਨਾ ਕੀਤਾ ਜਾ ਸਕਿਆ। ਸਿੰਘ ਸਭਾ ਅੰਦੋਲਨ ਦੇ ਚੱਲਣ ਨਾਲ ਧਾਰਮਿਕ ਗ੍ਰੰਥਾਂ ਅਤੇ ਸਿੱਖ ਇਤਿਹਾਸ ਦੀ ਸਾਂਭ ਸੰਭਾਲ ਵੱਲ ਵਿਦਵਾਨਾਂ ਦਾ ਧਿਆਨ ਗਿਆ। ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਅੰਮ੍ਰਿਤਸਰ ਨੇ ਇਸ ਗ੍ਰੰਥ ਦੀਆਂ 32 ਬੀੜਾਂ ਇਕੱਠੀਆਂ ਕਰਵਾ ਕੇ ਇਸ ਦੇ ਪਾਠਾਂਤਰਾਂ ਨੂੰ ਸਪਸ਼ਟ ਕੀਤਾ ਅਤੇ ਆਪਣੀ ਰਿਪੋਰਟ ਸੰਨ 1897 ਈਸਵੀ ਵਿੱਚ ਪ੍ਰਕਾਸ਼ਿਤ ਕੀਤੀ। ਇਸ ਰਿਪੋਰਟ ਦੀ ਲੋਅ ਵਿੱਚ ਇਸ ਗ੍ਰੰਥ ਦਾ ਵਰਤਮਾਨ ਸਰੂਪ ਸਾਹਮਣੇ ਆਇਆ, ਜਿਸ ਵਿੱਚ ਬਾਣੀਆਂ ਦੀ ਤਰਤੀਬ ਇਸ ਪ੍ਰਕਾਰ ਹੈ: ਪਹਿਲਾ ਜਾਪ, ਦੂਜਾ ਅਕਾਲ ਉਸਤਤ, ਤੀਜਾ ਬਚਿੱਤਰ ਨਾਟਕ ਆਪਣੀ ਕਥਾ, ਚੌਥਾ ਚੰਡੀ ਚਰਿੱਤਰ ਉਕਤ ਬਿਲਾਸ, 5 ਚੰਡੀ ਚਰਿੱਤਰ ਦੂਜਾ, 6 ਵਾਰ ਸ਼੍ਰੀ ਭਗਉਤੀ ਜੀ ਕੀ, ਵਾਰ ਦੁਰਗਾ ਕੀ, 7 ਗਿਆਨ ਪ੍ਰਬੋਧ, 8 24 ਅਵਤਾਰ ਵਿਸ਼ਨਾਵਤਾਰ, 9 ਉਪ ਅਵਤਾਰ ਬ੍ਰਹਮਾ ਅਤੇ ਰੂਦਰ, 10 ਸ਼ਬਦ ਹਜ਼ਾਰੇ, 11 ਸਵਈਏ, 12 ਖਾਲਸਾ ਮਹਿਮਾ, 13 ਸ਼ਸਤਰ ਨਾਮ ਮਾਲਾ, 14 ਚਰਿੱਤਰੋਪਖਿਆਨ ਅਤੇ 15 ਜਫਰਨਾਮਾ ਹਿਕਾਇਤਾਂ। ਉਪਰੋਕਤ ਰਿਪੋਰਟ ਵਿੱਚ ਗਿਆਨੀ ਸਰਦੂਲ ਸਿੰਘ ਨੇ ਸਾਰੇ ਗ੍ਰੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨ ਕੇ ਇਸ ਬਾਰੇ ਹਰ ਪ੍ਰਕਾਰ ਦੇ ਸ਼ੰਕਿਆਂ ਨੂੰ ਖਤਮ ਕਰ ਦਿੱਤਾ। ਪਰ ਫਿਰ ਵੀ ਕਿਤੇ ਕਿਤੇ ਕੋਈ ਨਾ ਕੋਈ ਸ਼ੰਕਾ ਭਰਿਆ ਲੇਖ ਛਪਦਾ ਰਿਹਾ, ਜਿਸ ਦਾ ਸਹੀ ਉੱਤਰ ਸਿੱਖ ਵਿਦਵਾਨ ਸਮੇਂ-ਸਮੇਂ ਸਿਰ ਦਿੰਦੇ ਵੀ ਰਹੇ। ਸੰਨ 1902 ਈਸਵੀ ਮੁਤਾਬਿਕ 1959 ਬਿਕਰਮੀ ਵਿੱਚ ਸੰਗਰੂਰ ਨਿਵਾਸੀ ਭਾਈ ਬਿਸ਼ਨ ਸਿੰਘ ਪੁੱਤਰ ਭਾਈ ਗੁਰਦਿਆਲ ਸਿੰਘ ਆਨੰਦਪੁਰੀ ਨੇ ਇੱਕ ਪੋਥੀ 10ਮ ਗ੍ਰੰਥ ਸਾਹਿਬ ਕਿਸ ਨੇ ਬਣਾਇਆ ਲਿਖ ਕੇ ਸ਼ੈਲੀ ਅਤੇ ਹੋਰ ਅਨੇਕ ਸਬੂਤਾਂ ਦੇ ਆਧਾਰ ਤੇ ਇਸ ਗ੍ਰੰਥ ਨੂੰ ਸਹੀ ਗੁਰੂ ਸਾਹਿਬ ਦੀ ਰਚਨਾ ਸਾਬਿਤ ਕੀਤਾ। ਸੰਨ 1935 ਈਸਵੀ ਦੇ ਨੇੜੇ ਤੇੜੇ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ ਨੇ ਆਪਣੀ ਪੁਸਤਕ ਦਸ਼ਮੇਸ਼ ਦਰਪਣ ਵਿੱਚ ਅਨੇਕਾਂ ਪ੍ਰਮਾਣਾਂ ਦੇ ਆਧਾਰ ਤੇ 10ਮ ਗ੍ਰੰਥ ਨੂੰ ਦਸ਼ਮੇਸ਼ ਜੀ ਦੀ ਰਚਨਾ ਸਿੱਧ ਕੀਤਾ। ਇਸ ਤੋਂ ਬਾਅਦ ਅੰਮ੍ਰਿਤ ਨਾਂ ਦੇ ਰਸਾਲੇ ਦੇ ਸੰਨ 1937 ਈਸਵੀ ਦੇ ਕੁਝ ਕੁ ਅੰਕਾਂ ਵਿੱਚ ਸ਼੍ਰੀ 10ਮ ਗ੍ਰੰਥ ਪਰ ਖੋਜ ਪੂਰਨ ਵਿਚਾਰ ਸਰਲੇਖ ਅਧੀਨ ਲਖਨਊ ਵਾਲੇ ਡਾਕਟਰ ਜਸਵੰਤ ਸਿੰਘ ਦੇ ਸਿਲਸਿਲੇਵਾਰ ਲੇਖ ਛਪੇ। ਡਾਕਟਰ ਸਾਹਿਬ ਨੇ ਬੜੀ ਮਿਹਨਤ ਨਾਲ ਅੰਦਰਲੇ ਪ੍ਰਮਾਣਾਂ ਅਤੇ ਸ਼ੈਲੀ ਦੇ ਤੁਲਨਾਤਮਕ ਅਧਿਐਨ ਦੇ ਆਧਾਰ ਤੇ ਸਾਰੇ 10ਮ ਗ੍ਰੰਥ ਸਾਹਿਬ ਨੂੰ ਗੁਰੂ ਜੀ ਦੀ ਰਚਨਾ ਪ੍ਰਮਾਣਿਤ ਕੀਤਾ। ਸੰਨ 1955 ਈਸਵੀ ਵਿੱਚ ਕਲਕੱਤੇ ਤੋਂ ਛਪਦੇ ਸਿੱਖ ਰਿਵਿਊ ਵਿੱਚ ਡਾਕਟਰ ਤ੍ਰਿਲੋਚਨ ਸਿੰਘ ਨੇ 10ਮ ਗ੍ਰੰਥ ਦੇ ਸੰਕਲਨ ਦਾ ਇਤਿਹਾਸ ਬਾਰੇ 4 ਲੇਖ ਛਾਪ ਕੇ ਨਿੱਘਰ ਸਬੂਤ ਦੇ ਆਧਾਰ ਤੇ ਇਸ ਗ੍ਰੰਥ ਦੀ ਸਾਰੀ ਸਮੱਗਰੀ ਨੂੰ ਗੁਰੂ ਸਾਹਿਬ ਜੀ ਦੀ ਰਚਨਾ ਦੱਸਿਆ। ਸੰਨ 1955 ਈਸਵੀ ਵਿੱਚ ਸਿੱਖ ਹਿਸਟਰੀ ਸੁਸਾਇਟੀ ਸ਼੍ਰੀ ਅੰਮ੍ਰਿਤਸਰ ਦੇ ਚੋਟੀ ਦੇ ਵਿਦਵਾਨ ਭਾਈ ਰਣਧੀਰ ਸਿੰਘ ਨੇ 10ਵੇਂ ਪਾਤਸ਼ਾਹ ਕੇ ਗ੍ਰੰਥ ਦਾ ਇਤਿਹਾਸ ਨਾਂ ਦੀ ਇੱਕ ਮਹੱਤਵਪੂਰਨ ਪੁਸਤਕ ਛਪਾਈ, ਜਿਸ ਵਿੱਚ ਉਹਨਾਂ ਨੇ ਆਪਣੀ 20 ਵਰ੍ਹਿਆਂ ਦੀ ਲਗਾਤਾਰ ਮਿਹਨਤ ਦੇ ਆਧਾਰ ਤੇ ਅਨੇਕ ਪ੍ਰਮਾਣ ਇਕੱਠੇ ਕੀਤੇ ਅਤੇ ਪੱਕੇ ਤੌਰ ਤੇ ਸਿੱਧ ਕਰ ਦਿੱਤਾ ਕਿ 10ਮ ਗ੍ਰੰਥ ਗੁਰੂ ਸਾਹਿਬ ਜੀ ਦੀ ਰਚਨਾ ਹੈ। ਸੰਨ 1955 ਈਸਵੀ ਤੋਂ ਬਾਅਦ
ਦਸਮ ਗ੍ਰੰਥ ਬਾਰੇ PhD ਪੱਧਰ 'ਤੇ ਖੋਜ ਹੋਣ ਲੱਗ ਗਈ। ਸਭ ਤੋਂ ਪਹਿਲਾਂ ਸੰਨ 1958 ਈਸਵੀ ਵਿੱਚ ਡਾਕਟਰ ਧਰਮਪਾਲ ਅਸ਼ਟਾ ਨੇ ਅਤੇ ਫਿਰ ਸੰਨ 1959 ਈਸਵੀ ਵਿੱਚ ਡਾਕਟਰ ਹਰਭਜਨ ਸਿੰਘ ਨੇ ਆਪਣੇ ਆਪਣੇ ਖੋਜ ਪ੍ਰਬੰਧਾਂ ਵਿੱਚ ਇਸ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਿਆ ਅਤੇ ਸੰਨ 1961 ਈਸਵੀ ਵਿੱਚ ਡਾਕਟਰ ਪ੍ਰਸੀਨੀ ਸਹਿਗਲ ਨੇ ਵੀ ਉਪਰੋਕਤ ਵਿਦਵਾਨਾਂ ਦੀਆਂ ਸਥਾਪਨਾਵਾਂ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ। ਇਸ ਤੋਂ ਬਾਅਦ ਡਾਕਟਰ ਰਤਨ ਸਿੰਘ ਜੱਗੀ ਪੰਜਾਬੀ ਯੂਨੀਵਰਸਿਟੀ, ਡਾਕਟਰ ਮਹੀਪ ਸਿੰਘ ਆਗਰਾ ਯੂਨੀਵਰਸਿਟੀ, ਡਾਕਟਰ ਮਾਲਿਕ ਸਿੰਘ ਆਗਰਾ ਯੂਨੀਵਰਸਿਟੀ, ਡਾਕਟਰ ਲਾਲ ਮਨੋਹਰ ਉਪ ਅਧਿਆਏ ਬਨਾਰਸ ਹਿੰਦੀ ਯੂਨੀਵਰਸਿਟੀ, ਡਾਕਟਰ ਓਮ ਪ੍ਰਕਾਸ਼ ਭਰਤਵਾਜ ਕੁਰੂਕਸ਼ੇਤਰ ਯੂਨੀਵਰਸਿਟੀ, ਡਾਕਟਰ ਧਰਮਪਾਲ ਮੈਨੀ ਭਾਗਲਪੁਰ ਯੂਨੀਵਰਸਿਟੀ, ਡਾਕਟਰ ਕਮਲਾ ਕੌਸ਼ਲ ਆਗਰਾ ਯੂਨੀਵਰਸਿਟੀ, ਡਾਕਟਰ ਸੁਸ਼ੀਲਾ ਦੇਵੀ ਪੰਜਾਬ ਯੂਨੀਵਰਸਿਟੀ, ਡਾਕਟਰ ਸ਼ਮੀਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਮੋਹਨਜੀਤ ਸਿੰਘ ਉਸਮਾਨੀਆ ਯੂਨੀਵਰਸਿਟੀ, ਡਾਕਟਰ ਭੂਸ਼ਣ ਸਚਦੇਵ ਪੰਜਾਬ ਯੂਨੀਵਰਸਿਟੀ, ਡਾਕਟਰ ਨਿਰਮਲ ਗੁਪਤਾ ਪੰਜਾਬ ਯੂਨੀਵਰਸਿਟੀ ਆਦਿ ਲਗਭਗ 2 ਦਰਜਨ ਵਿਦਵਾਨਾਂ ਨੇ ਇਸ ਗ੍ਰੰਥ ਬਾਰੇ ਆਪਣੇ PhD ਅਥਵਾ D.Litt ਦੀ ਡਿਗਰੀ ਲਈ ਖੋਜ ਪ੍ਰਬੰਧ ਲਿਖੇ ਹਨ ਅਤੇ ਇਤਨੇ ਹੀ ਵਿਦਵਾਨ ਇਸ ਗ੍ਰੰਥ ਨਾਲ ਸੰਬੰਧਿਤ ਖੋਜ ਕਰਨ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਵਿੱਚੋਂ 1-2 ਵਿਦਵਾਨਾਂ ਨੂੰ ਛੱਡ ਕੇ ਬਾਕੀ ਸਭ ਨੇ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਿਆ ਹੈ। ਇਸ ਸਾਰੇ ਵੇਰਵੇ ਤੋਂ ਭਲੀ ਭਾਂਤ ਸਪਸ਼ਟ ਹੈ ਕਿ ਇਸ ਗ੍ਰੰਥ ਦੀ ਧਾਰਮਿਕ ਹੀ ਨਹੀਂ ਸਾਹਿਤਿਕ ਮਾਨਤਾ ਵੀ ਅਦੁੱਤੀ ਹੈ। ਇਸ ਗ੍ਰੰਥ ਦੀ ਕਵਿਤਾ ਦੇ ਉੱਚੇ ਪੱਧਰ ਨੂੰ ਵੇਖ ਕੇ ਵਿਦਵਾਨਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਹੈ, ਪਰ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਇਸ ਗ੍ਰੰਥ ਦੇ ਪੰਜਾਬੀ ਵਿੱਚ ਪੰਡਿਤ ਨਰੈਣ ਸਿੰਘ ਅਤੇ ਗਿਆਨੀ ਬਿਸ਼ਨ ਸਿੰਘ ਦੇ ਟੀਕੇ ਹੀ ਉਪਲਬਧ ਹਨ, ਜਿਨ੍ਹਾਂ ਦੀਆਂ ਆਪਣੀਆਂ ਸੀਮਾਵਾਂ ਹਨ। ਸਿੱਟੇ ਵਜੋਂ ਇਹਨਾਂ ਟੀਕਿਆਂ ਨਾਲ ਇਸ ਗ੍ਰੰਥ ਵਿੱਚ ਵਰਤਦੀਆਂ ਪੁਰਾਤਨ ਭਾਸ਼ਾਵਾਂ ਅਤੇ ਰਾਜਸਥਾਨ ਦੀ ਡਿੰਗਲ ਭਾਸ਼ਾ ਸ਼ੈਲੀ ਦੀ ਤਹਿ ਤੱਕ ਪਹੁੰਚ ਸਕਣਾ ਸਰਲ ਨਹੀਂ। ਹਿੰਦੀ ਵਿੱਚ ਭਵਨ ਬਾਣੀ ਟਰੱਸਟ ਲਖਨਊ ਵੱਲੋਂ ਡਾਕਟਰ ਜੋਧ ਸਿੰਘ ਨੇ ਦਸਮ ਗ੍ਰੰਥ ਦਾ ਟੀਕਾ ਪ੍ਰਕਾਸ਼ਿਤ ਕੀਤਾ ਹੈ, ਪਰ ਦੁੱਖ ਦੀ ਗੱਲ ਹੈ ਕਿ ਟੀਕਾਕਾਰ ਨੇ ਨਾ ਬਾਣੀ ਦੀ ਭਾਵਨਾ ਨੂੰ ਠੀਕ ਢੰਗ ਨਾਲ ਸਮਝਾਇਆ ਹੈ ਅਤੇ ਨਾ ਹੀ ਅਰਥ ਕਰਨ ਵੇਲੇ ਕਿਸੇ ਤਰ੍ਹਾਂ ਦੇ ਤਾਲਮੇਲ ਪ੍ਰਸੰਗ ਅਤੇ ਅਲੰਕਾਰਾਂ ਨੂੰ ਸਮਝਾਇਆ ਹੈ। ਨਤੀਜੇ ਵਜੋਂ ਬੜੀ ਚੰਗੀ ਤਰ੍ਹਾਂ ਅਰਥਾਂ ਦਾ ਅਨਰਥ ਹੋਇਆ ਹੈ। ਇਸ ਲਈ ਖਾਲਸੇ ਦੀ ਤੀਜੀ ਜਨਮ ਸ਼ਤਾਬਦੀ ਦੇ ਪਵਿੱਤਰ ਅਵਸਰ 'ਤੇ ਇਸ ਗ੍ਰੰਥ ਦਾ ਪੰਜਾਬੀ ਅਤੇ ਹਿੰਦੀ ਵਿੱਚ ਪ੍ਰਮਾਣਿਕ ਟੀਕਾ ਛਾਪਣ ਦਾ ਵਿਚਾਰ ਬਣਿਆ ਹੈ ਅਤੇ ਚੋਣਵੀਆਂ ਬਾਣੀਆਂ ਦਾ ਅੰਗਰੇਜ਼ੀ ਰੂਪ ਵੀ ਸਾਹਮਣੇ ਲਿਆਉਣ ਦੀ ਇੱਛਾ ਹੈ, ਤਾਂ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਨੂੰ ਠੀਕ ਢੰਗ ਅਤੇ ਜੁਗਤ ਨਾਲ ਸਮਝਿਆ ਜਾ ਸਕੇ। ਡਾਕਟਰ ਰਤਨ ਸਿੰਘ ਜੱਗੀ ਅਤੇ ਡਾਕਟਰ ਗੁਰਸ਼ਰਨ ਕੌਰ ਜੱਗੀ ਨੂੰ ਸ੍ਰੀ ਬਾਬਾ ਜੀ ਨੇ ਪ੍ਰੇਰਿਤ ਕਰਕੇ ਸ੍ਰੀ ਦਸਮ ਗ੍ਰੰਥ ਦਾ ਪਾਠ ਸੰਪਾਦਨ ਅਤੇ ਵਿਆਖਿਆ ਦਾ ਕੰਮ ਸੌਂਪਿਆ ਸੀ, ਜੋ ਉਹਨਾਂ ਨੇ ਵਿਦਵਤਾਪੂਰਨ ਢੰਗ ਨਾਲ ਬਹੁਤ ਮਿਹਨਤ ਕਰਕੇ ਸਿਰੇ ਚੜ੍ਹਾਇਆ ਹੈ ਅਤੇ ਹੁਣ ਸਾਕਾਰ ਰੂਪ ਵਿੱਚ ਆਪ ਜੀ ਦੇ ਹੱਥਾਂ ਵਿੱਚ ਹੈ। ਭਾਈ ਕਿਰਪਾਲ ਸਿੰਘ, ਗੋਬਿੰਦ ਸਦਨ, ਨਵੀਂ ਦਿੱਲੀ।